ਅੱਜ ਅਸੀਂ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਬਾਬਾ ਸਾਹਿਬ ਅੰਬੇਡਕਰ ਦੀ ਜੀਵਨੀ 'ਤੇ ਆਧਾਰਿਤ ਬੁੱਕ ਰਾਹਦਾਰੀ ਦੀ ਉਡੀਕ ਵਿੱਚ ਵੇਟਿੰਗ ਫਾਰ ਵੀਜ਼ਾ ਦਾ ਪਹਿਲਾ ਕਾਂਡ। ਸਾਡਾ ਪਰਿਵਾਰ ਮੂਲ ਰੂਪ ਵਿੱਚ ਬੰਬਈ ਪ੍ਰੈਜ਼ੀਡੈਂਸੀ ਦੇ ਰਤਨਾਗਿਰੀ ਜ਼ਿਲ੍ਹੇ ਦੇ ਦਪੋਲੀ ਇਲਾਕੇ ਦਾ ਰਹਿਣ ਵਾਲਾ ਸੀ। ਈਸਟ ਇੰਡੀਆ ਕੰਪਨੀ ਦੇ ਸ਼ਾਸਨ ਕਾਲ ਦੇ ਸ਼ੁਰੂ ਤੋਂ ਹੀ ਮੇਰੇ ਪੁਰਖੇ ਆਪਣਾ ਜੱਦੀ ਕੰਮ ਛੱਡ ਕੇ ਕੰਪਨੀ ਦੀ ਸੈਨਾ ਵਿੱਚ ਨੌਕਰੀ ਕਰਨ ਲੱਗੇ ਸਨ। ਮੇਰੇ ਪਿਤਾ ਨੇ ਪਰਿਵਾਰ ਦੀ ਕਿੱਤਾ ਪਰੰਪਰਾ ਦਾ ਖਾਤਮਾ ਕਰਦਿਆਂ ਸੈਨਾ ਵਿੱਚ ਨੌਕਰੀ ਕਰ ਲਈ। ਉਹ ਇੱਕ ਸੈਨਾ ਅਫਸਰ ਦੇ ਅਹੁਦੇ ਤੱਕ ਪਹੁੰਚੇ ਅਤੇ ਸੂਬੇਦਾਰ ਬਣ ਕੇ ਰਿਟਾਇਰਡ ਹੋਏ। ਸੇਵਾ ਨਿਵਰਤੀ ਹੋਣ ਤੋਂ ਬਾਅਦ ਮੇਰੇ ਪਿਤਾ ਜੀ ਪਰਿਵਾਰ ਨੂੰ ਲੈ ਕੇ ਦਪੋਲੀ ਆ ਗਏ। ਉਹਨਾਂ ਦਾ ਇੱਥੇ ਹੀ ਵਸਣ ਦਾ ਮਨ ਸੀ, ਪਰੰਤੂ ਕਿਸੇ ਕਾਰਨ ਉਹਨਾਂ ਨੇ ਇਹ ਵਿਚਾਰ ਬਦਲ ਦਿੱਤਾ। ਅਸੀਂ ਦਪੋਲੀ ਤੋਂ 17 ਆ ਗਏ ਅਤੇ 1904 ਤੱਕ ਉੱਥੇ ਹੀ ਰਹੇ। ਇਹ ਪਹਿਲੀ ਘਟਨਾ ਹੈ ਜਿਸ ਦਾ ਮੈਂ ਇੱਥੇ ਵਰਣਨ ਕਰ ਰਿਹਾ ਹਾਂ। ਜਿੱਥੇ ਤੱਕ ਮੈਨੂੰ ਯਾਦ ਹੈ, ਇਹ ਲਗਭਗ 1901 ਦੀ ਘਟੀ ਸੀ, ਜਦੋਂ ਅਸੀਂ 17 ਹੀ ਸੀ। ਮੇਰੀ ਮਾਂ ਉਦੋਂ ਤੱਕ ਗੁਜ਼ਰ ਚੁੱਕੀ ਸੀ। ਮੇਰੇ ਪਿਤਾ 17 ਜ਼ਿਲ੍ਹੇ ਦੇ ਖਟਾਬ ਇਲਾਕੇ ਦੇ ਗੋਰੇਗਾঁव ਨਾਂ ਦੀ ਜਗ੍ਹਾ 'ਤੇ ਖਜ਼ਾਨਚੀ ਦੀ ਨੌਕਰੀ ਕਰਨ ਲੱਗੇ ਸਨ, ਜਿੱਥੇ ਬੰਬਈ ਸਰਕਾਰ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਅਕਾਲ ਨਾਲ ਮਰਨ ਵਾਲੇ ਲੋਕਾਂ ਨੂੰ ਰੋਜ਼ਗਾਰ ਦੇਣ ਦੇ ਉਦੇਸ਼ ਨਾਲ ਤਲਾਬ ਪੁੱਟਣ ਦਾ ਕੰਮ ਸ਼ੁਰੂ ਕੀਤਾ ਸੀ। ਗੋਰੇਗਾঁव ਜਾਂਦੇ ਸਮੇਂ ਮੇਰੇ ਪਿਤਾ ਜੀ ਮੈਨੂੰ, ਮੇਰੇ ਵੱਡੇ ਭਰਾ ਨੂੰ ਅਤੇ ਮੇਰੀ ਪ੍ਰੀਨਿਰਵਾਣ ਪ੍ਰਾਪਤ ਸਭ ਤੋਂ ਵੱਡੀ ਭੈਣ ਦੇ 2 ਬੇਟਿਆਂ ਨੂੰ ਮੇਰੀ ਭੂਆ ਅਤੇ ਕੁਝ ਸੁਹਿਰਦ ਗੁਆਂਢੀਆਂ ਦੇ ਹਵਾਲੇ ਕਰ ਗਏ ਸਨ। ਮੇਰੀ ਭੂਆ ਬਹੁਤ ਹੀ ਦਿਆਲੂ ਸੀ, ਪਰੰਤੂ ਉਹ ਸਾਡੀ ਕਿਸੇ ਵੀ ਤਰ੍ਹਾਂ ਦੀ ਮਦਦ ਕਰਨ ਯੋਗ ਨਹੀਂ ਸੀ। ਉਹ ਕੁਝ ਗਾਉਣੇ ਸਨ ਅਤੇ ਉਹਨਾਂ ਦੇ ਪੈਰਾਂ ਵਿੱਚ ਵੀ ਕੁਝ ਤਕਲੀਫ ਸੀ, ਜਿਸ ਦੇ ਕਾਰਨ ਚੱਲਦੇ ਸਮੇਂ ਬਿਨਾਂ ਸਹਾਰੇ ਤੋਂ ਤੁਰਨਾ ਫਿਰਨਾ ਬਹੁਤ ਜ਼ਿਆਦਾ ਕਠਿਨ ਸੀ। ਕਦੇ ਕਦੇ ਉਹਨਾਂ ਨੂੰ ਚੁੱਕਣਾ ਵੀ ਪੈਂਦਾ ਸੀ। ਮੇਰੀਆਂ 2 ਭੈਣਾਂ ਸਨ, ਉਹਨਾਂ ਦੋਹਾਂ ਦਾ ਵਿਆਹ ਹੋ ਚੁੱਕਿਆ ਸੀ। ਉਹ ਆਪਣੇ ਘਰਾਂ 'ਚ ਹੀ ਰਹਿ ਰਹੀਆਂ ਸਨ। ਸਾਡੀ ਭੂਆ ਦੀ ਸਰੀਰਕ ਮਜਬੂਰੀ ਕਾਰਨ ਖਾਣਾ ਬਣਾਉਣਾ ਸਾਡੇ ਲਈ ਇੱਕ ਸਮੱਸਿਆ ਬਣ ਗਈ ਸੀ। ਭੂਆ ਦਾ ਖਾਣਾ ਬਣਾ ਹੀ ਨਹੀਂ ਸਕਦੀ ਸੀ। ਅਸੀਂ 4 ਦੇ 4 ਬੱਚੇ ਸਕੂਲ ਜਾਂਦੇ ਅਤੇ ਖਾਣਾ ਆਪ ਹੀ ਬਣਾਉਂਦੇ। ਅਸੀਂ ਰੋਟੀ ਤਾਂ ਨਹੀਂ ਬਣਾ ਪਾਉਂਦੇ ਸੀ, ਇਸ ਲਈ ਅਸੀਂ ਪੁਲਾਓ 'ਤੇ ਗੁਜ਼ਾਰਾ ਕਰਦੇ। ਪੁਲਾਓ ਬਣਾਉਣਾ ਸਾਨੂੰ ਸਭ ਤੋਂ ਔਖਾ ਲੱਗਦਾ, ਕਿਉਂਕਿ ਇਸ ਵਿੱਚ ਚਾਵਲ ਅਤੇ ਬੱਕਰੀ ਦਾ ਮਾਸ ਮਿਲਾਉਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕਰਨਾ ਪੈਂਦਾ ਸੀ। ਮੇਰੇ ਪਿਤਾ ਖਜ਼ਾਨਚੀ ਹੋਣ ਕਰਕੇ ਗੋਰੇਗਾঁव ਛੱਡ ਕੇ ਸਾਨੂੰ ਦੇਖਣ ਲਈ 17 ਵੀ ਨਹੀਂ ਆ ਸਕਦੇ ਸਨ। ਇਸ ਲਈ ਉਹਨਾਂ ਨੇ ਸਾਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਅਸੀਂ ਸਾਰੇ ਗਰਮੀ ਦੀਆਂ ਛੁੱਟੀਆਂ ਬਿਤਾਉਣ ਲਈ ਉਹਨਾਂ ਕੋਲ ਗੋਰੇਗਾঁव ਆ ਜਾਈਏ। ਸਾਡਾ ਨਿਆਣਿਆਂ ਦਾ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ, ਕਿਉਂਕਿ ਉਸ ਵੇਲੇ ਤੱਕ ਸਾਡੇ 'ਚੋਂ ਕਿਸੇ ਨੇ ਰੇਲ ਗੱਡੀ ਤੱਕ ਨਹੀਂ ਵੇਖੀ ਸੀ। ਬਹੁਤ ਤਿਆਰੀਆਂ ਕੀਤੀਆਂ ਗਈਆਂ। ਯਾਤਰਾ ਲਈ ਨਵੀਆਂ ਅੰਗਰੇਜ਼ੀ ਕਮੀਜ਼ਾਂ ਖਰੀਦੀਆਂ ਗਈਆਂ, ਚਮਕੀਲੀਆਂ ਜੜਾਊ ਟੋਪੀਆਂ, ਨਵੇਂ ਬੂਟ ਅਤੇ ਰੇਸ਼ਮੀ ਕਿਨਾਰੇ ਵਾਲੀਆਂ ਨਵੀਆਂ ਧੋਤੀਆਂ। ਮੇਰੇ ਪਿਤਾ ਨੇ ਸਾਡੇ ਸਫ਼ਰ ਨਾਲ ਸੰਬੰਧਿਤ ਸਾਰੀ ਜਾਣਕਾਰੀ ਸਾਨੂੰ ਦੇ ਦਿੱਤੀ ਸੀ ਅਤੇ ਇਹ ਵੀ ਕਹਿ ਦਿੱਤਾ ਸੀ ਕਿ ਉਹ ਆਪਣੇ ਦੁਰੁਖਸਤ ਹੋਣ ਦੀ ਤਰੀਕ ਸਾਨੂੰ ਦੱਸ ਦਿੱਤੀ ਜਾਵੇ। ਉਹ ਸਾਨੂੰ ਸਟੇਸ਼ਨ 'ਤੇ ਲੈਣ ਲਈ ਆਪਣੇ ਚਪੜਾਸੀ ਨੂੰ ਭੇਜ ਦੇਣ, ਜੋ ਸਾਨੂੰ ਆਪਣੇ ਨਾਲ ਗੋਰੇਗਾঁव ਲੈ ਜਾਵੇਗਾ। ਇਸ ਯੋਜਨਾ ਮੁਤਾਬਕ ਮੈਂ, ਮੇਰਾ ਭਰਾ ਅਤੇ ਮੇਰੇ 2 ਭਾਣਜੇ 17 ਤੋਂ ਚੱਲ ਪਏ। ਭੂਆ ਨੂੰ ਅਸੀਂ ਗੁਆਂਢੀਆਂ ਹਵਾਲੇ ਛੱਡ ਦਿੱਤਾ ਸੀ, ਜਿਨ੍ਹਾਂ ਨੇ ਸਾਨੂੰ ਭੂਆ ਦੀ ਦੇਖਭਾਲ ਦਾ ਵਾਅਦਾ ਕੀਤਾ ਸੀ। ਰੇਲਵੇ ਸਟੇਸ਼ਨ ਸਾਡੇ ਘਰ ਤੋਂ 10 ਮੀਲ ਦੂਰ ਸੀ। ਅਸੀਂ ਸਟੇਸ਼ਨ ਤੱਕ ਤਾਂਗਾ ਕੀਤਾ। ਅਸੀਂ ਇਸ ਮੌਕੇ ਲਈ ਖਰੀਦੇ ਖਾਸ ਕੱਪੜੇ ਪਾਏ ਅਤੇ ਖੁਸ਼ੀ-ਖੁਸ਼ੀ ਘਰ ਤੋਂ ਚੱਲ ਪਏ। ਪਰ ਮੇਰੀ ਭੂਆ ਰੋ ਰਹੀ ਸੀ, ਸਾਥੋਂ ਵਿਛੜਨ ਦੇ ਦੁੱਖ 'ਚ ਉਦਾਸ ਹੋ ਰਹੀ ਸੀ। ਅਸੀਂ ਸਟੇਸ਼ਨ ਪਹੁੰਚੇ। ਭਰਾ ਨੇ ਸਾਨੂੰ ਟਿਕਟ ਲੈਣ ਲਈ ਮੈਨੂੰ ਅਤੇ ਮੇਰੇ ਭਾਣਜੇ ਨੂੰ 2 ਆਨੇ ਜੇਬ ਖਰਚ ਲਿੱਤੇ, ਜਿਨ੍ਹਾਂ ਨੂੰ ਅਸੀਂ ਆਪਣੀ ਮਰਜ਼ੀ ਮੁਤਾਬਕ ਖਰਚ ਕਰ ਸਕਦੇ ਸੀ। ਪੈਸੇ ਮਿਲਦਿਆਂ ਹੀ ਅਸੀਂ ਐਸ਼ ਉਡਾਉਣੀ ਸ਼ੁਰੂ ਕਰ ਦਿੱਤੀ। ਸਭ ਤੋਂ ਪਹਿਲਾਂ ਲੈਮਨ ਦੀਆਂ 1-2 ਬੋਤਲ ਖਰੀਦ ਲਈਆਂ। ਥੋੜ੍ਹੀ ਦੇਰ ਵਿੱਚ ਹੀ ਰੇਲ ਗੱਡੀ ਆ ਗਈ। ਅਸੀਂ ਛਾਲ ਮਾਰ ਕੇ ਉਸ ਰੇਲ ਗੱਡੀ ਵਿੱਚ ਸਵਾਰ ਹੋ ਗਏ।
ਕਿਤੇ ਇਹ ਸਾਨੂੰ ਛੱਡ ਹੀ ਨਾ ਚਲੀ ਜਾਵੇ। ਸਾਨੂੰ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ ਕਿ ਅਸੀਂ ਮਸੂਰ ਉਤਰਨਾ ਹੈ, ਜੋ ਗੋਰੇਗਾਂਵ ਜਾਣ ਦੇ ਲਈ ਸਭ ਤੋਂ ਨਜ਼ਦੀਕੀ ਸਟੇਸ਼ਨ ਹੈ। ਰੇਲ ਗੱਡੀ ਸ਼ਾਮ ਨੂੰ 5 ਵਜੇ ਮਸੂਰ ਪੁੱਜੀ। ਅਸੀਂ ਆਪਣੇ ਸਮਾਨ ਲੈ ਕੇ ਉਤਰ ਗਏ। ਕੁਝ ਹੀ ਮਿੰਟਾਂ 'ਚ ਰੇਲ ਗੱਡੀ 'ਚੋਂ ਉਤਰੇ ਸਾਰੇ ਯਾਤਰੀ ਆਪਣੀ ਆਪਣੀ ਮੰਜ਼ਿਲ 'ਤੇ ਜਾ ਚੁੱਕੇ ਸਨ, ਪਰੰਤੂ ਅਸੀਂ ਵਿਚਾਰੇ ਬੱਚੇ ਇਸ ਉਡੀਕ ਵਿੱਚ ਪਲੇਟਫਾਰਮ 'ਤੇ ਖੜ੍ਹੇ ਰਹਿ ਗਏ ਕਿ ਪਿਤਾ ਜੀ ਆਉਣਗੇ ਜਾਂ ਉਹਨਾਂ ਦਾ ਚਪੜਾਸੀ ਆਵੇਗਾ, ਜਿਸ ਨੂੰ ਭੇਜਣ ਦਾ ਪਿਤਾ ਜੀ ਨੇ ਵਾਅਦਾ ਕੀਤਾ ਸੀ। ਅਸੀਂ ਬਹੁਤ ਦੇਰ ਤੱਕ ਉਡੀਕ ਕੀਤੀ, ਪਰ ਕੋਈ ਨਹੀਂ ਆਇਆ। ਇਸੇ ਤਰ੍ਹਾਂ ਖੜਿਆਂ ਨੂੰ 1 ਘੰਟਾ ਹੋ ਗਿਆ। ਸਟੇਸ਼ਨ ਮਾਸਟਰ ਸਾਥੋਂ ਪੁੱਛਗਿੱਛ ਕਰਨ ਆਇਆ। ਉਹਨੇ ਸਾਡੇ ਕੋਲੋਂ ਟਿਕਟ ਮੰਗੀ। ਅਸੀਂ ਉਸਨੂੰ ਟਿਕਟ ਦਿਖਾ ਦਿੱਤੀ। ਫਿਰ ਉਸਨੇ ਸਾਥੋਂ ਪੁੱਛਿਆ ਕਿ ਅਸੀਂ ਹੁਣ ਤੱਕ ਇੱਥੇ ਕਿਉਂ ਖੜ੍ਹੇ ਸੀ। ਅਸੀਂ ਉਸਨੂੰ ਦੱਸ ਦਿੱਤਾ ਸੀ ਕਿ ਅਸੀਂ ਗੋਰੇਗਾਂਵ ਜਾਣਾ ਹੈ ਅਤੇ ਅਸੀਂ ਪਿਤਾ ਜੀ ਦਾ ਜਾਂ ਉਹਨਾਂ ਦੇ ਚਪੜਾਸੀ ਦੀ ਉਡੀਕ ਕਰ ਰਹੇ ਹਾਂ, ਪਰੰਤੂ ਉਹਨਾਂ ਵਿੱਚੋਂ ਕੋਈ ਵੀ ਨਹੀਂ ਆਇਆ। ਅਸੀਂ ਸਟੇਸ਼ਨ ਮਾਸਟਰ ਨੂੰ ਇਹ ਵੀ ਦੱਸ ਦਿੱਤਾ ਸੀ ਕਿ ਸਾਨੂੰ ਇਹ ਵੀ ਨਹੀਂ ਪਤਾ ਗੋਰੇਗਾਂਵ ਕਿਸ ਤਰ੍ਹਾਂ ਜਾਈਏ। ਅਸੀਂ ਚਾਰੋਂ ਮੁੰਡਿਆਂ ਨੇ ਚੰਗੇ ਵਸਤਰ ਪਹਿਨ ਰੱਖੇ ਸਨ। ਸਾਡੇ ਕੱਪੜਿਆਂ ਦੇ ਬੋਲਚਾਲ ਤੋਂ ਕੋਈ ਨਹੀਂ ਜਾਣ ਸਕਦਾ ਸੀ ਕਿ ਅਸੀਂ ਅਛੂਤਾਂ ਦੇ ਬੱਚੇ ਹਾਂ। ਸਟੇਸ਼ਨ ਮਾਸਟਰ ਤਾਂ ਅਸਲ ਵਿੱਚ ਇਹ ਸਮਝ ਹੀ ਰਿਹਾ ਸੀ ਕਿ ਅਸੀਂ ਬ੍ਰਾਹਮਣ ਬੱਚੇ ਹਾਂ। ਸਾਨੂੰ ਇਸ ਤਰ੍ਹਾਂ ਬੁਰੇ ਹਾਲ 'ਚ ਦੇਖ ਕੇ ਉਸਨੂੰ ਬੇਹੱਦ ਦੁੱਖ ਹੋ ਰਿਹਾ ਸੀ, ਜਿਵੇਂ ਕਿ ਹਿੰਦੂਆਂ 'ਚ ਆਮ ਚਲਨ ਹੈ। ਸਟੇਸ਼ਨ ਮਾਸਟਰ ਨੇ ਸਾਨੂੰ ਪੁੱਛ ਹੀ ਲਿਆ ਕਿ ਅਸੀਂ ਕੌਣ ਹਾਂ। ਮੈਂ ਬਿਨਾਂ ਕੁਝ ਸੋਚਿਆ ਵਿਚਾਰਿਆਂ ਕਹਿ ਦਿੱਤਾ, ਜੀ ਅਸੀਂ ਮਹਾਰ ਹਾਂ। ਇਹ ਸੁਣ ਕੇ ਉਹ ਭੁਚੱਕਾ ਹੀ ਰਹਿ ਗਿਆ। ਅਚਾਨਕ ਉਸਦੇ ਚਿਹਰੇ ਦੀ ਰੰਗਤ ਬਦਲ ਗਈ। ਸਾਨੂੰ ਸਾਫ਼ ਦਿਖ ਰਿਹਾ ਸੀ ਕਿ ਘਿਰਣਾ ਦੇ ਇੱਕ ਅਜੀਬ ਭਾਵ ਨੇ ਉਸਨੂੰ ਜਕੜ ਲਿਆ ਸੀ। ਮੇਰਾ ਉੱਤਰ ਸੁਣਦਿਆਂ ਹੀ ਉਹ ਆਪਣੇ ਕਮਰੇ ਵਿੱਚ ਚਲਾ ਗਿਆ ਅਤੇ ਅਸੀਂ ਆਪਣੇ ਥਾਂ ਖੜ੍ਹੇ ਤੇ ਖੜ੍ਹੇ ਰਹਿ ਗਏ। ਇਸ ਤਰ੍ਹਾਂ 15-20 ਮਿੰਟ ਬੀਤ ਗਏ। ਸੂਰਜ ਢਲਣ 'ਤੇ ਆ ਗਿਆ ਸੀ। ਨਾ ਤਾਂ ਪਿਤਾ ਜੀ ਆਏ ਅਤੇ ਨਾ ਹੀ ਉਹਨਾਂ ਨੇ ਆਪਣੇ ਚਪੜਾਸੀ ਨੂੰ ਭੇਜਿਆ। ਹੁਣ ਸਟੇਸ਼ਨ ਮਾਸਟਰ ਵੀ ਸਾਨੂੰ ਛੱਡ ਕੇ ਜਾ ਚੁੱਕਿਆ ਸੀ। ਅਸੀਂ ਬਹੁਤ ਚਿੰਤਾ ਵਿੱਚ ਸੀ। ਯਾਤਰਾ ਸ਼ੁਰੂ ਹੋਣ 'ਤੇ ਜੋ ਆਨੰਦ ਸੀ, ਜੋ ਅਸੀਂ ਖੁਸ਼ੀ ਮਹਿਸੂਸ ਕਰ ਰਹੇ ਸੀ, ਉਹ ਹੁਣ ਹਵਾ ਹੋ ਚੁੱਕੀ ਸੀ ਅਤੇ ਉਸਦੀ ਜਗ੍ਹਾ ਬੇਅੰਤ ਉਦਾਸੀ ਨੇ ਲੈ ਲਈ ਸੀ। ਅੱਧੇ ਘੰਟੇ ਬਾਅਦ ਸਟੇਸ਼ਨ ਮਾਸਟਰ ਵਾਪਸ ਆਇਆ। ਸਾਨੂੰ ਫਿਰ ਪੁੱਛਣ ਲੱਗਾ, ਹੁਣ ਸਾਡਾ ਕੀ ਇਰਾਦਾ ਹੈ। ਅਸੀਂ ਕਿਹਾ ਕਿ ਜੇਕਰ ਸਾਨੂੰ ਕੋਈ ਬੈਲ ਗੱਡੀ ਕਿਰਾਏ 'ਤੇ ਮਿਲ ਜਾਵੇ ਤਾਂ ਅਸੀਂ ਗੋਰੇਗਾਂਵ ਚਲੇ ਜਾਵਾਂਗੇ, ਜੇ ਇੱਥੋਂ ਬਹੁਤ ਦੂਰ ਨਹੀਂ ਤਾਂ ਅਸੀਂ ਹੁਣੇ ਹੀ ਇੱਥੋਂ ਚੱਲ ਪਵਾਂਗੇ। ਉੱਥੇ ਕਿਰਾਏ 'ਤੇ ਚੱਲਣ ਵਾਲੀ ਕਾਫੀ ਬੈਲ ਗੱਡੀਆਂ ਖੜ੍ਹੀਆਂ ਸਨ, ਪਰੰਤੂ ਮੈਂ ਮਾਸਟਰ ਨੂੰ ਜੋ ਉੱਤਰ ਦਿੱਤਾ ਸੀ ਕਿ ਅਸੀਂ ਮਹਾਰ ਹਾਂ, ਉਸਦੇ ਬਾਰੇ ਸਾਰੇ ਗੱਡੀ ਵਾਲਿਆਂ ਨੂੰ ਵੀ ਪਤਾ ਚੱਲ ਗਿਆ ਸੀ। ਉਹਨਾਂ ਵਿੱਚੋਂ ਕੋਈ ਵੀ ਅਛੂਤ ਜਾਤੀਆਂ ਦੀਆਂ ਸਵਾਰੀਆਂ ਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਆਪਣੇ ਆਪ ਨੂੰ ਅਪਵਿੱਤਰ ਜਾਂ ਆਪਣੀ ਮਾਣ ਮਰਿਆਦਾ ਨੂੰ ਤਬਾਹ ਨਹੀਂ ਕਰਨਾ ਚਾਹੁੰਦਾ ਸੀ। ਅਸੀਂ ਦੁੱਗਣਾ ਕਿਰਾਇਆ ਦੇਣ ਲਈ ਵੀ ਤਿਆਰ ਸੀ, ਪਰੰਤੂ ਪੈਸਿਆਂ ਨਾਲ ਵੀ ਗੱਲ ਨਹੀਂ ਬਣਨ ਦਿਖ ਰਹੀ ਸੀ। ਸਾਡੇ ਵੱਲੋਂ ਗੱਲ ਕਰ ਰਹੇ ਸਟੇਸ਼ਨ ਮਾਸਟਰ ਦੀ ਸਮਝ ਵਿੱਚ ਵੀ ਨਹੀਂ ਆ ਰਿਹਾ ਸੀ। ਆਖਿਰ ਕੀ ਕੀਤਾ ਜਾਵੇ, ਇਸ ਕਰਕੇ ਚੁੱਪਚਾਪ ਹੀ ਖੜਾ ਸੀ। ਅਚਾਨਕ ਜਿਵੇਂ ਉਸਨੂੰ ਕੋਈ ਜੁਗਤ ਸੁੱਝੀ ਅਤੇ ਉਸਨੇ ਸਾਨੂੰ ਪੁੱਛਿਆ, ਤੁਸੀਂ ਗੱਡੀ ਚਲਾ ਸਕਦੇ ਹੋ? ਇਹ ਸੋਚ ਕੇ ਕਿ ਸਾਡੀ ਮੁਸ਼ਕਲ ਦਾ ਕੋਈ ਹੱਲ ਕੱਢਣ ਦਾ ਯਤਨ ਕਰ ਰਿਹਾ ਸੀ, ਅਸੀਂ ਕਹਿ ਉੱਠੇ, ਹਾਂ ਚਲਾ ਸਕਦੇ ਹਾਂ। ਇਹ ਉੱਤਰ ਮਿਲਣ 'ਤੇ ਗੱਡੀ ਵਾਲਿਆਂ ਕੋਲ ਗਿਆ। ਉਹਨਾਂ ਦੇ ਸਾਹਮਣੇ ਸਾਡੇ ਕੋਲ ਇਹ ਮਸ਼ਵਰਾ ਰੱਖਿਆ ਕਿ ਅਸੀਂ ਗੱਡੀ ਵਾਲੇ ਨੂੰ ਦੁੱਗਣਾ ਕਿਰਾਇਆ ਦੇਵਾਂਗੇ ਅਤੇ ਗੱਡੀ ਵੀ ਖੁਦ ਹੀ ਚਲਾਵਾਂਗੇ। ਕੋਚਵਾਨ ਸਾਡੇ ਨਾਲ ਪੈਦਲ ਚੱਲੇਗਾ। ਇਹ ਕੋਚਵਾਨ ਇਸ ਸ਼ਰਤ ਤਹਿਤ ਤਿਆਰ ਹੋ ਗਿਆ ਕਿਉਂਕਿ ਉਸਨੂੰ ਇਸ ਸ਼ਰਤ ਨਾਲ ਪੈਸੇ ਕਮਾਉਣ ਦਾ ਵੀ ਵਧੀਆ ਮੌਕਾ ਮਿਲ ਗਿਆ ਸੀ ਅਤੇ ਉਸ ਨਾਲ ਆਪਣੇ ਅਪਵਿੱਤਰ ਹੋਣ ਦਾ ਵੀ ਡਰ ਨਹੀਂ ਸੀ। ਸ਼ਾਮ ਲਗਭਗ 6:30 ਵਜੇ ਸਾਡੀ ਚੱਲਣ ਦੀ ਤਿਆਰੀ ਹੋਈ, ਪਰੰਤੂ ਸਟੇਸ਼ਨ ਚੱਲਣ ਤੋਂ ਪਹਿਲਾਂ ਅਸੀਂ ਇਹ ਪੱਕਾ ਜਾਣ ਲੈਣਾ ਚਾਹੁੰਦੇ ਸਾਂ ਕਿ ਅਸੀਂ ਹਨੇਰਾ ਹੋਣ ਤੋਂ ਪਹਿਲਾਂ ਗੋਰੇਗਾਂਵ ਪਹੁੰਚ ਜਾਵਾਂਗੇ। ਇਸ ਲਈ ਅਸੀਂ ਕੋਚਵਾਨ ਨੂੰ ਪੁੱਛਿਆ ਕਿ ਗੋਰੇਗਾਂਵ ਕਿੰਨੀ ਦੂਰ ਹੈ ਅਤੇ ਉਹ ਸਾਨੂੰ ਉੱਥੇ ਕਿੰਨੀ ਦੇਰ 'ਚ ਪਹੁੰਚਾ ਦੇਵੇਗਾ। ਉਸ ਦੀ ਗੱਲ ਦਾ ਯਕੀਨ ਕਰਕੇ ਅਸੀਂ
ਆਪਣਾ ਸਮਾਨ ਬੈਲ ਗੱਡੀ ਵਿੱਚ ਲੱਦਿਆ ਅਤੇ ਸਟੇਸ਼ਨ ਮਾਸਟਰ ਧੰਨਵਾਦ ਕਰਕੇ ਅਸੀਂ ਉਸ ਵਿੱਚ ਬੈਠ ਗਏ। ਸਾਡੇ 'ਚੋਂ ਇੱਕ ਨੇ ਬੈਲ ਗੱਡੀ ਦੀ ਲਗਾਮ ਫੜ ਲਈ ਅਤੇ ਗੱਡੀ ਤੁਰ ਪਈ। ਗੱਡੀ ਵਾਲਾ ਸਾਡੇ ਨਾਲ ਪੈਦਲ ਚੱਲ ਰਿਹਾ ਸੀ। ਸਟੇਸ਼ਨ ਤੋਂ ਕੁਝ ਦੂਰ ਜਾ ਕੇ ਅਸੀਂ ਨਦੀ ਪੈਂਦੀ ਸੀ। ਇਹ ਨਦੀ ਬਿਲਕੁਲ ਸੁੱਕੀ ਪਈ ਸੀ। ਬਸ ਕੁਝ ਥਾਵਾਂ 'ਤੇ ਛੋਟੇ ਟੋਏ ਸਨ ਜਿਨ੍ਹਾਂ ਵਿੱਚ ਪਾਣੀ ਭਰਿਆ ਹੋਇਆ ਸੀ। ਗੱਡੀ ਵਾਲਾ ਸਾਨੂੰ ਕਹਿਣ ਲੱਗਿਆ ਕਿ ਤੁਸੀਂ ਸਭ ਇੱਥੇ ਰੁਕ ਕੇ ਖਾਣਾ ਖਾ ਲਵੋ ਕਿਉਂਕਿ ਅੱਗੇ ਕਿਤੇ ਪਾਣੀ ਨਹੀਂ ਮਿਲਦਾ। ਅਸੀਂ ਉਸ ਦੀ ਗੱਲ ਮੰਨ ਲਈ। ਉਸਨੇ ਸਾਡੇ ਕੋਲ ਥੋੜ੍ਹਾ ਜਿਹਾ ਕਿਰਾਇਆ ਲੈ ਲਿਆ ਤਾਂ ਜੋ ਉਹ ਵੀ ਪਿੰਡ ਜਾ ਕੇ ਰੋਟੀ ਖਾ ਆਵੇ। ਮੇਰੇ ਭਰਾ ਨੇ ਉਸਨੂੰ ਥੋੜ੍ਹੇ ਪੈਸੇ ਦੇ ਦਿੱਤੇ। ਉਹ ਜਲਦੀ ਵਾਪਸ ਆਉਣ ਦਾ ਵਾਅਦਾ ਕਰਕੇ ਚਲਾ ਗਿਆ। ਸਾਨੂੰ ਬੇਸਬਰੀ ਨਾਲ ਭੁੱਖ ਲੱਗੀ ਹੋਈ ਸੀ, ਇਸ ਲਈ ਅਸੀਂ ਖੁਸ਼ ਹੋ ਕੇ ਚਲੋ ਕੁਝ ਖਾਣਾ ਖਾਣ ਦਾ ਮੌਕਾ ਤਾਂ ਮਿਲਿਆ। ਮੇਰੀ ਭੂਆ ਨੇ ਗੁਆਂਢੀਆਂ ਦੀ ਮਦਦ ਨਾਲ ਸਾਡੇ ਸਫ਼ਰ ਲਈ ਕੁਝ ਵਧੀਆ ਪਕਵਾਨ ਬਣਾ ਦਿੱਤੇ ਸਨ। ਅਸੀਂ ਆਪਣੇ ਖਾਣੇ ਦੀ ਟੋਕਰੀ ਖੋਲ੍ਹੀ ਅਤੇ ਖਾਣਾ ਖਾਣ ਲੱਗੇ। ਸਾਨੂੰ ਨਿਵਾਲਾ ਲਗਾਉਣ ਲਈ ਪਾਣੀ ਦੀ ਜ਼ਰੂਰਤ ਮਹਿਸੂਸ ਹੋਈ। ਸਾਡੇ ਵਿੱਚੋਂ ਇੱਕ ਲੜਕਾ ਨਜ਼ਦੀਕੀ ਨਦੀ ਦੇ ਤਲ 'ਤੇ ਇਕੱਠੇ ਹੋਏ ਪਾਣੀ ਦੇ ਟੋਏ 'ਚ ਪਾਣੀ ਲੈਣ ਚਲਾ ਗਿਆ, ਪਰੰਤੂ ਉਹ ਅਸਲ ਵਿੱਚ ਪਾਣੀ ਸੀ ਹੀ ਨਹੀਂ। ਪਾਣੀ ਦੇ ਨਾਮ ਉੱਤੇ ਉੱਥੇ ਚਿੱਕੜ ਤੇ ਉਹਨਾਂ ਦਾ ਗਾਵਾਂ ਮੱਝਾਂ ਦਾ ਪਸ਼ੂਆਂ ਦਾ ਮਲ ਮੂਤਰ ਸੀ। ਉੱਥੇ ਪਾਣੀ ਪੀਣ ਆਉਂਦੇ ਸਨ। ਸਹੀ ਮਾਇਨੇ 'ਚ ਤਾਂ ਉਹ ਪਾਣੀ ਮਨੁੱਖ ਦੀ ਵਰਤੋਂ ਦੇ ਯੋਗ ਹੀ ਨਹੀਂ ਸੀ। ਉਸ ਵਿੱਚ ਇੰਨੀ ਤੇਜ਼ ਸੜਾਂਧ ਆ ਰਹੀ ਸੀ ਕਿ ਸਾਡੇ ਲਈ ਉਸਨੂੰ ਪੀਣਾ ਸੰਭਵ ਨਹੀਂ ਸੀ। ਇਸ ਲਈ ਅਸੀਂ ਰੱਜ ਕੇ ਖਾਣਾ ਖਾਣ ਤੋਂ ਪਹਿਲਾਂ ਸਾਨੂੰ ਆਪਣਾ ਖਾਣਾ ਬੰਦ ਕਰਨਾ ਪਿਆ ਅਤੇ ਅਸੀਂ ਗੱਡੀ ਵਾਲੇ ਦੀ ਉਡੀਕ ਕਰਨ ਲੱਗੇ। ਬਹੁਤ ਦੇਰ ਹੋ ਗਈ ਸੀ ਪਰ ਉਹ ਨਹੀਂ ਆਇਆ। ਅਸੀਂ ਚਾਰੇ ਪਾਸੇ ਉਸਦੀ ਦੇਖਦੇ ਰਹੇ। ਆਖਿਰ ਉਹ ਆ ਪਹੁੰਚਿਆ ਅਤੇ ਅਸੀਂ ਅੱਗੇ ਦੀ ਯਾਤਰਾ ਸ਼ੁਰੂ ਕੀਤੀ। ਕੋਈ 4-5 ਮੀਲ ਤੱਕ ਅਸੀਂ ਗੱਡੀ ਹੱਕੀ ਅਤੇ ਨਾਲ ਪੈਦਲ ਚੱਲ ਰਿਹਾ ਸੀ। ਫਿਰ ਅਚਾਨਕ ਉਹ ਗੱਡੀ 'ਚ ਛਾਲ ਮਾਰ ਕੇ ਬੈਠ ਗਿਆ ਅਤੇ ਉਹਨੇ ਸਾਡੇ ਹੱਥਾਂ 'ਚੋਂ ਲਗਾਮ ਲੈ ਲਈ। ਸਾਨੂੰ ਉਸ ਦਾ ਇਹ ਵਿਹਾਰ ਕੁਝ ਅਜੀਬ ਜਿਹਾ ਲੱਗਿਆ ਸੀ। ਉਹ ਆਪਣੇ ਸਾਰੇ ਧਾਰਮਿਕ ਸਾਂਕਿਆਂ ਨੂੰ ਸਿੱਕੇ ਟੰਗ ਕੇ ਸਾਡੇ ਨਾਲ ਉਸੇ ਗੱਡੀ 'ਚ ਬੈਠਣ ਨੂੰ ਰਾਜੀ ਹੋ ਗਿਆ ਸੀ, ਜਦੋਂ ਕਿ ਸ਼ੁਰੂ ਵਿੱਚ ਉਸਨੇ ਆਪਣੀ ਗੱਡੀ ਅਪਵਿੱਤਰ ਹੋਣ ਦੇ ਡਰ ਕਾਰਨ ਕਿਰਾਏ 'ਤੇ ਦੇਣ ਤੋਂ ਹੀ ਮਨਾ ਕਰਤਾ ਸੀ। ਪਰੰਤੂ ਇਸ ਬਾਬਤ ਉਸ ਨੂੰ ਕੋਈ ਸਵਾਲ ਕਰਨ ਦੀ ਸਾਡੀ ਹਿੰਮਤ ਨਾ ਹੋਈ। ਅਸੀਂ ਤਾਂ ਜਲਦੀ ਤੋਂ ਜਲਦੀ ਆਪਣੀ ਮੰਜ਼ਿਲ ਭਾਵ ਗੋਰੇਗਾঁव ਪੁੱਜਣ ਦੀ ਚਿੰਤਾ 'ਚ ਸੀ। ਕੁਝ ਦੂਰ ਤੱਕ ਸਾਡਾ ਮਨ ਗੱਡੀ ਦੀ ਰਫ਼ਤਾਰ ਨਾਲ ਰਮਿਆ, ਪਰ ਫਿਰ ਜਲਦੀ ਹੀ ਚਾਰੇ ਪਾਸੇ ਹਨੇਰਾ ਛਾ ਗਿਆ। ਸੜਕ ਦੇ ਕਿਨਾਰੇ ਵਾਲੀਆਂ ਬੱਤੀਆਂ ਵੀ ਇੱਥੇ ਨਹੀਂ ਸਨ ਜੋ ਹਨੇਰਾ ਹਟ ਜਾਂਦਾ। ਆਸ-ਪਾਸ ਕੋਈ ਆਦਮੀ ਜਾਂ ਔਰਤ ਜਾਂ ਫਿਰ ਪਸ਼ੂ ਵੀ ਨਹੀਂ ਆ ਰਹੇ ਸਨ। ਸਾਨੂੰ ਉਹਨਾਂ ਵਿਚਕਾਰ ਹੋਣ ਦਾ ਕੁਝ ਅਹਿਸਾਸ ਹੁੰਦਾ। ਸਾਨੂੰ ਆਪਣੇ ਚਾਰੋਂ ਪਾਸੇ ਫੈਲੇ ਖਾਲੀਪਨ ਤੋਂ ਡਰ ਲੱਗਣ ਲੱਗਾ ਸੀ। ਸਾਡੀ ਚਿੰਤਾ ਵੱਧਦੀ ਜਾ ਰਹੀ ਸੀ। ਅਸੀਂ ਆਪਣੀ ਹਿੰਮਤ ਇਕੱਠੀ ਕੀਤੀ। ਅਸੀਂ ਮਸ਼ਹੂਰ ਤੋਂ ਆ ਚੁੱਕੇ ਸਾਂ। ਹੁਣ 3 ਘੰਟੇ ਵੱਧ ਸਮਾਂ ਬੀਤ ਚੁੱਕਿਆ ਸੀ, ਪਰ ਗੋਰੇਗਾঁव ਦੀ ਅਜੇ ਤੱਕ ਕੋਈ ਉਗ-ਸੁਗ ਨਹੀਂ ਸੀ। ਸਾਡੇ ਮਨ 'ਚ ਅਜੀਬ ਜਿਹਾ ਵਿਚਾਰ ਆਇਆ। ਸਾਨੂੰ ਸ਼ੱਕ ਹੋਇਆ ਕਿਤੇ ਇਸ ਚੋਚਵਾਨ ਨੇ ਮਨ 'ਚ ਖੋਟ ਤਾਂ ਨਹੀਂ। ਇਹ ਸਾਨੂੰ ਕਿਸੇ ਸੁਨਸਾਨ ਜਗ੍ਹਾ 'ਤੇ ਲਿਆ ਰਿਹਾ ਹੋਵੇ, ਉੱਥੇ ਸਾਨੂੰ ਮਾਰ ਦੇਵੇਗਾ। ਅਸੀਂ ਸੋਨੇ ਦੇ ਗਹਿਣੇ ਪਾਏ ਹੋਏ ਸਨ ਅਤੇ ਇਸ ਕਾਰਨ ਸਾਡਾ ਸ਼ੱਕ ਬਥੇਰੇ ਗਹਿਰਾ ਹੋ ਗਿਆ ਸੀ। ਅਸੀਂ ਕੋਚਵਾਨ ਨੂੰ ਸਵਾਲ ਤੇ ਸਵਾਲ ਕਰਨ ਲੱਗੇ। ਗੋਰੇਗਾঁव ਕਿੰਨੀ ਦੂਰ ਹੈ ਅਤੇ ਸਾਨੂੰ ਪੁੱਜਣ 'ਚ ਕਿੰਨੀ ਦੇਰ ਕਿਉਂ ਲੱਗ ਰਹੀ ਹੈ? ਗੱਡੀ ਵਾਲਾ ਬਸ ਇਹੀ ਆਖਦਾ ਰਿਹਾ, ਜ਼ਿਆਦਾ ਦੂਰ ਨਹੀਂ, ਅਸੀਂ ਛੇਤੀ ਹੀ ਉੱਥੇ ਪੁੱਜ ਜਾਵਾਂਗੇ। ਰਾਤ ਲਗਭਗ 10 ਵਜੇ ਹੋਏ ਸਨ। ਗੋਰੇਗਾঁव ਦਾ ਕੋਈ ਨਾਮ ਨਿਸ਼ਾਨ ਨਾ ਦਿਖਿਆ। ਅਸੀਂ ਬੱਚੇ ਰੋਣ ਲੱਗ ਪਏ। ਕੋਚਵਾਨ ਸਾਨੂੰ ਬੁਰਾ ਭਲਾ ਕਹਿਣ ਲੱਗਾ। ਸਾਡਾ ਰੋਣਾ ਧੋਣਾ ਬਹੁਤ ਦੇਰ ਤੱਕ ਚੱਲਦਾ ਰਿਹਾ। ਕੋਚਵਾਨ ਨੇ ਜਵਾਬ ਵਿੱਚ ਕੁਝ ਵੀ ਨਾ ਕਿਹਾ। ਅਚਾਨਕ ਕੁਝ ਦੂਰ ਤੇ ਸਾਨੂੰ ਚਾਨਣ ਦੀ ਕਿਰਨ ਦਿਖਾਈ ਦਿੱਤੀ। ਕੋਚਵਾਨ ਬੋਲਿਆ, ਉਹ ਰੌਸ਼ਨੀ ਦੇਖ ਰਹੇ ਹੋ? ਉਹ ਚੁੰਗੀ ਜਮ੍ਹਾਂ ਕਰਨ ਵਾਲੇ ਦੀ ਬੱਤੀ ਹੈ। ਰਾਤ ਨੂੰ ਅਸੀਂ ਉੱਥੇ ਹੀ ਆਰਾਮ ਕਰਾਂਗੇ। ਇਹ ਸੁਣ ਕੇ ਸਾਨੂੰ ਕੋਈ ਤਸੱਲੀ ਮਿਲੀ ਤੇ ਸਾਡਾ ਰੋਣਾ ਧੋਣਾ ਬੰਦ ਹੋ ਗਿਆ। ਰੌਸ਼ਨੀ ਦੂਰੀ ਤੇ ਸੀ, ਪਰ ਲੱਗਦਾ ਸੀ ਅਸੀਂ ਕੁਝ ਤੱਕ ਕਦੇ ਵੀ ਨਹੀਂ ਪੁੱਜ ਸਕਾਂਗੇ। ਚੁੰਗੀ ਲੈਣ ਵਾਲੇ ਨੇ ਅਫਸਰ ਦੀ ਨੌਕਰੀ ਪੁੱਜਣ ਦੇ ਸਾਨੂੰ 2 ਘੰਟੇ ਲੱਗ ਗਏ। ਇਸੇ ਵਿਚਕਾਰ ਸਾਡੀ ਚਿੰਤਾ ਹੋਰ ਵਧਣ ਲੱਗੀ। ਅਸੀਂ ਗੱਡੀ ਵਾਲੇ ਨੂੰ ਫਿਰ ਤਰ੍ਹਾਂ ਦੇ ਸਵਾਲ ਕਰਤੇ ਕਿ ਉੱਥੇ ਪੁੱਜਣ 'ਚ ਇੰਨੀ ਦੇਰ ਕਿਉਂ ਹੋ ਰਹੀ ਹੈ ਅਤੇ ਅਸੀਂ ਸਹੀ ਰਾਹ 'ਤੇ ਵੀ ਜਾ ਰਹੇ ਹਾਂ ਜਾਂ ਨਹੀਂ।
ਆਖਰ ਅੱਧੀ ਰਾਤ ਹੁੰਦੇ ਹੁੰਦੇ ਬੈਲ ਗੱਡੀ ਚੁੰਗੀ ਲੈਣ ਵਾਲੇ ਦੇ ਚੌਂਕੀ 'ਚ ਪੁੱਜ ਗਈ। ਇੱਕ ਪਹਾੜੀ ਦੀ ਤਰਾਈ ਵਿੱਚ ਸਥਿਤ ਸੀ, ਪਰ ਸੀ ਪਹਾੜੀ ਦੇ ਦੂਜੇ ਪਾਸੇ। ਜਦੋਂ ਅਸੀਂ ਦੂਜੇ ਪਾਸੇ ਤਾਂ ਸਾਨੂੰ ਉੱਥੇ ਬਹੁਤ ਜ਼ਿਆਦਾ ਬੈਲ ਗੱਡੀਆਂ ਖੜੀਆਂ ਦਿਖਾਈ ਦਿੱਤੀਆਂ।